इस दे पिछों आकाश दे विच एक निशान दिखाई दिता अते एक औरत सूरज दा वस्त्र पाई पैरां हेठ चंद्रमा लई अते सिर ते 12 तारियां दा ताज दिखाई दिती अते वो गर्भवती सी अते प्रसूतक पीड़ कारण उसकी चीख निकल गई। हालेलुया हालेलुया। परमेश्वर दा कलाम दसदा है कि आकाश दे विच एक निशान दिखाई दे रहा सी। एक औरत कहते सूरज दा वस्त्र उन्हें पाया होया सी। सूरज दा वस्त्र जब पूरा चमकदा पई सी सूरज दा उसने वस्त्र पहने होया ओदे पैरां दे थल्ले चंद्रमा आ। सूरज नूं उन्हें पहनिया होया आ ते पैरां दे थल्ले ओदे चंद्रमा आ ते सिर ते ओदे 12 तारियां दा ताज लगा होया ते ओ गर्भवती सी ते कहंदे प्रसूतक पीड़ कारण ओदी चीख निकल गई। तद आकाश दे विच कहंदे एक होर निशान दिखाई दिता। एक बड़ा लाल रंग दा अजगर जिस दे 7 सिर ते 7 सिंग सन प्रगट होया ते उन्हां दे सिरां उत्ते 7 ही ताज सी। हालेलुया। फिर कहंदे एक होर निशान दिखाई दिंदा है कि एक बड़ा एक लाल रंग दा अजगर आ जिहदे 7 सिर ते 7 ही सिंग आ। इत्थे 7 10 सिंग ਇਹਦੇ ਵਿੱਚ 7 ਲਿਖੇ ਹੋਏ 7 लिख देते हो 7 ही लिखे 10 सिंह 10 ढाडे 10 ये नवी बाइबल है ना ਇਹਦੇ ਚ 7 ਲਿਖੇ ਹੋਏ 10 चलो 7 सिर ਤੇ 10 ਸਿੰਘ ਉਹਦਾ 7 ਸਿਰਾਂ ਦੇ ਉੱਤੇ ਫਿਰ ਉਹਨਾਂ ਨੇ ਦੋ ਪਰ 7 ਸਿਰ ਤੇ 7 ਸਿੰਘ ਲਿਖੇ ਆ ਲਿਖੇ ਹੋਣੇ ਚਾਹੀਦੇ ਨਾ ਪਰ 7 ਸਿਰ ਤੇ 10 ਸਿੰਘ ਲਿਖੇ ਦੋ ਐਕਸਟਰਾ ਹੋ ਗਏ 3 ਐਕਸਟਰਾ ਹੋਣਗੇ ਹੈ ਨਾ ਕਾਨ ਫਿਰ ਵੱਧ ਛੋਟੇ ਸੱਪ ਜਿਹੜਾ ਜਿਹਨੂੰ ਕਹਿੰਦੇ ਵੱਡਾ ਸ਼ੈਤਾਨ ਜਿਹੜਾ ਮਤਲਬ ਕਿ ਧਰਤੀ ਦਾ ਰੱਬ ਬਣਿਆ ਹੋਇਆ ਆ ਉਹਦੇ ਕੀ 7 ਸਿਰ 10 ਸਿੰਘ ਉਹ ਪ੍ਰਗਟ ਹੋਇਆ। ਉਹਦੇ ਕਹਿੰਦੇ ਸਿਰਾਂ ਦੇ ਉੱਤੇ 7 ਹੀ ਤਾਜ ਆ। ਜਿੰਨੇ ਉਹਦੇ ਸਿਰ ਆ ਉਹਨੇ 7 ਤਾਜ ਉਹਦੇ ਸਿਰ ਦੇ ਉੱਪਰ ਸ਼ੈਤਾਨ ਦੇ। ਉਹਦੀ ਕਹਿੰਦੇ ਪੂਛ ਜਿਹੜੀ ਆ ਉਹਦੀ ਪੂਛ ਨਾਲ ਆਕਾਸ਼ ਦੇ ਤਾਰਿਆਂ ਦਾ ਤੀਜਾ ਹਿੱਸਾ ਹੁੰਜਿਆ ਗਿਆ ਜਿਸ ਕਾਰਨ ਉਹ ਤਾਰੇ ਧਰਤੀ ਹੇਠਾਂ ਡਿੱਗ ਪਏ। ਜਦੋਂ ਉਹਨੇ ਮਤਲਬ ਸ਼ੈਤਾਨ ਦੀ ਪੂਛ 'ਚ ਇੰਨੀ ਤਾਕਤ ਆ ਉਹਨੇ ਕਹਿੰਦੇ ਜਦੋਂ ਪੂਛ ਹਿਲਾਈ ਨਾ ਕਹਿੰਦੇ ਜਿਹੜੇ ਤਾਰਿਆਂ ਦਾ ਤੀਜਾ ਹਿੱਸਾ ਸੀ ਪੂਰਾ ਸਾਫ਼ ਹੋ ਗਿਆ। ਤੋੜੀ ਪੂਰਾ ਖਤਮ ਕਰ ਦਿੱਤਾ ਉਹਨੇ ਇੰਨਾ ਜ਼ਿਆਦਾ ਪੂਛ ਮਾਰੀ ਤੇ ਉਹ ਸਾਰੇ ਤਾਰੇ ਜਿਹੜੇ ਧਰਤੀ ਦੇ ਉੱਪਰ ਡਿੱਗ ਪਏ ਆ ਤੇ ਕਹਿੰਦਾ ਉਹ ਅਜਗਰ ਔਰਤ ਦੇ ਸਾਹਮਣੇ ਜਾ ਖੜਾ ਹੋਇਆ ਕਿ ਉਹ ਉਸ ਬੱਚੇ ਨੂੰ ਨਿਗਲ ਜਾਵੇ ਜਿਸ ਨੂੰ ਜਨਮ ਦੇਣ ਦੀ ਵਾਰੀ ਸੀ। ਸੋ ਉਸ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜੋ ਸਭ ਕੌਮਾਂ ਤੇ ਲੋਹੇ ਦੀ ਰਾਜ ਦੰਡ ਨਾਲ ਰਾਜ ਕਰੇਗਾ। ਪਰ ਉਹ ਬੱਚਾ ਤੁਰੰਤ ਹੀ ਪਰਮੇਸ਼ਰ ਦੇ ਕੋਲ ਅਰਥਾਤ ਉਸ ਦੇ ਤਖਤ ਕੋਲ ਪਹੁੰਚਾ ਦਿੱਤਾ ਗਿਆ। ਹਾਲੇਲੂਇਆ ਹਾਲੇਲੂਇਆ। ਇਹ ਜਿਹੜੀ ਔਰਤ ਹੈ ਮਾਤਾ ਮਰੀਮ ਜਿਹਦੇ ਸਿਰ ਦੇ ਉੱਤੇ ਤਾਜ ਰੱਖਿਆ ਹੋਇਆ ਆ ਜਿਹਦੇ ਆਪਾਂ ਇੱਕ ਤਸਵੀਰ ਵਿੱਚ ਦੇਖੀਏ ਕਿ ਉਹਦੇ ਤੇ ਪਰਮੇਸ਼ਰ ਮਾਤਾ ਮਰੀਮ ਦੀ ਬਣੀ ਹੋਈ ਨਾ ਤੇ ਪੈਰਾਂ ਦੇ ਵਿੱਚ ਚੰਦਰਮਾ ਹੁੰਦਾ ਸਿਰ ਤੇ ਉਹਦੇ ਤਾਜ ਹੁੰਦਾ ਹੈ। ਤੇ ਜਿਹੜਾ ਉਹਨੇ ਬੱਚੇ ਨੂੰ ਜਨਮ ਦਿੱਤਾ ਯਿਸੂ ਮਸੀਹ ਆ। ਜਦੋਂ ਪਰਮੇਸ਼ਰ ਪੈਦਾ ਹੋਇਆ ਸ਼ੈਤਾਨ ਨੇ ਕਿੰਨੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨੂੰ। ਰਾਜਾ ਨੇ ਕਿਹਾ ਸੀ ਉਦੋਂ ਕਿ ਸਾਰੇ ਬੱਚੇ ਜਿੰਨੇ ਵੀ ਲੜਕੇ ਪੈਦਾ ਹੁੰਦੇ ਪਏ ਉਹਨਾਂ ਨੂੰ ਖਤਮ ਕਰ ਦਿਓ। ਕੋਈ ਵੀ ਬੱਚੇ ਜਿੰਨੇ ਵੀ 2-2 ਸਾਲ ਦੇ ਸੀ ਛੋਟੇ ਜਾਮਲੇ ਬੱਚੇ ਰਾਜਾ ਨੇ ਸਾਰਿਆਂ ਨੂੰ ਕਤਲ ਕਰਵਾ ਦਿੱਤਾ ਸੀਗਾ। ਲੇਕਿਨ ਜਿਹੜਾ ਯੂਸਫ ਸੀਗਾ ਉਹਨੂੰ ਜਦੋਂ ਦਰਸ਼ਨ ਵਿੱਚ ਪਰਮੇਸ਼ਰ ਨੇ ਕਿਹਾ ਕਿ ਤੂੰ ਇਹਨੂੰ ਤੇ ਕਹਿੰਦਾ ਉਹਨੇ ਕਿਹਾ ਕਿ ਤੂੰ ਇਸ ਨੂੰ ਮਾਤਾ ਮਰੀਮ ਨੂੰ ਆਪਣੇ ਨਾਲ ਲੈ ਕੇ ਕਹਿੰਦਾ ਇੱਥੋਂ ਨਿਕਲ ਜਾ ਤੇ ਕਹਿੰਦਾ ਉਦੋਂ ਤੱਕ ਬਾਹਰ ਰਹਿਣਾ ਜਦੋਂ ਤੱਕ ਰਾਜਾ ਦੀ ਮੌਤ ਨਹੀਂ ਹੋ ਜਾਂਦੀ। ਉਹਨਾਂ ਟਾਈਮ ਬਾਹਰ ਰਿਹਾ ਸੀ। ਉੱਥੇ ਪਰਮੇਸ਼ਰ ਨੇ ਖੁਰਲੀ ਦੇ ਵਿੱਚ ਜਨਮ ਲਿਆਈ। ਜਦੋਂ ਪੰਡਤਾਂ ਨੂੰ ਘਰ ਆਇਆ ਪੰਡਤ ਵੀ ਪ੍ਰਭੂ ਦੀ ਮਰਜ਼ੀ ਦੇ ਨਾਲ ਉਸ ਰਾਹ ਤੋਂ ਵਾਪਸ ਮੁੜ ਜਾਂਦੇ ਆ। ਰਾਜਾ ਦੇ ਕੋਲ ਨਹੀਂ ਸੀ ਕਿਉਂਕਿ ਪਰਮੇਸ਼ਰ ਦੀ ਮਰਜ਼ੀ ਸੀ। ਕਿਉਂਕਿ ਜਿਹੜਾ ਸ਼ੈਤਾਨ ਪ੍ਰਭੂ ਨੂੰ ਖਤਮ ਕਰਨਾ ਚਾਹੁੰਦਾ ਹੈ ਮੈਂ ਕਿਸੇ ਤਰੀਕੇ ਨਾਲ ਇਹਨੂੰ ਖਤਮ ਕਰਾਂ। ਲੇਕਿਨ ਕਹਿੰਦਾ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਆ ਉਸ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜੋ ਸਭ ਕੌਮਾਂ ਤੇ ਲੋਹੇ ਦੇ ਦੰਡ ਨਾਲ ਰਾਜ ਕਰੇਗਾ। ਲੋਹੇ ਦਾ ਦੰਡ ਜਿਹੜਾ ਲੋਹੇ ਦਾ ਦੰਡ ਕਿਸੇ ਦੇ ਸਿਰ ਤੇ ਵੱਜ ਜਾਵੇ ਤੇ ਉਹਨੂੰ ਹੋਸ਼ ਨਹੀਂ ਰਹਿਣੀ ਮਾਰੀ ਜਾਣਾ। ਪ੍ਰਭੂ ਦਾ ਜਿਹੜਾ ਦੰਡ ਹੈ ਨਾ ਉਹਨੇ ਲੋਹੇ ਨਾਲ ਪਰਮੇਸ਼ਰ ਨੇ ਪੂਰੇ ਆਪਣੇ ਅਧਿਕਾਰ ਦੇ ਨਾਲ ਸ਼ੈਤਾਨ ਦੀ ਕੌਮ ਤੇ ਰਾਜ ਕੀਤਾ। ਪਰ ਕਹਿੰਦੇ ਉਹ ਬੱਚਾ ਤੁਰੰਤ ਫਿਰ ਪਰਮੇਸ਼ਰ ਦੇ ਕੋਲ ਫਿਰ ਜਦੋਂ ਲਾਸਟ ਤੱਕ ਸ਼ੈਤਾਨ ਨੇ ਆਪਣੇ ਵਾਰ ਕੀਤੇ ਪਰਮੇਸ਼ਰ ਸ਼ੁੱਕਰਵਾਰ ਦੇ ਦਿਨ ਫੜਵਾਏ ਗਏ ਕਰੂਸ ਦੇ ਉੱਤੇ ਚੜਾਏ
दिन जिंदा हो के कहते फिर किथे गए, वो कहते परमेश्वर के कोल अर्थात उसके तखत कोल पहुंचा दिता गया। हुण परमेश्वर सज्जे हत्थ बैठा होया है। हालेलुया हालेलुया। तद कहना वो उजाड़ थां वल दौड़ के जिथे उसके लिए परमेश्वर द्वारा थां तैयार की गई सी कि वो 1260 दिनों तक सही सलामत रह सके। 1260 दिन इत्थे 1260 सेम ही है। एक या उन्होंने 1000 अच्छा ठीक है। हां हो गया ओके 1260 दिनों तक। हां वही 1260 दिनों तक कहना सही एक थोड़ा सिंपल था सीधा कि जल्दी समझ आ जाए। ठीक है वो उस जगह पे सेव की गई है कि 1260 दिनों तक वो उथे सेफ रहे, कोई भी प्रॉब्लम ना हो। फिर कहते कि होया फिर स्वर्ग दे विच जंग छिड़िया ते जेड़ा स्वर्गदूत मिकाईल अते उसके साथी स्वर्गदूत अजगर के विरुद्ध लड़े अते अजगर अते उसके साथी भी लड़े। फिर स्वर्ग दे विच बहुत बड़ी लड़ाई हुई। ये उदों दी गल आ जदों परमेश्वर ने शैतान नूं थल्ले सुट्टिया सीगा। धरती दे बनन तो पहला दी गल है। सारा कुछ स्वर्ग दे विच जदों होया है तो धरती नहीं सी। धरती पहला उसी कलाम विच लिखिया पहला भी सी, लेकिन जदों शैतान धरती ते परमेश्वर ने सुट्टिया ना उन्हें धरती नूं पूरा दबोच के खत्म करता सी। कहंदे ना वचन विच लिखिया उदों धरती बेडोल सीगी, उहदी कोई शेप नहीं सी है सी पर बेडोल सी ते परमेश्वर ने उहनूं बनाया दोबारा। कहते कि फिर की होया जो स्वर्ग से बहुत बड़ी जंग हुई क्योंकि जेड़ा शैतान आ उसकी नजर प्रभु के सिंहासन ते सी। हमेशा वो प्रभु के सिंहासन के नजदीक खड़ा रहता सी, उधर ही देखता रहता है। तो उहदे जेड़े पार सीगे उन्हां दे विचों बहुत ही वधिया साज बजदे हुंदे सी। वो परमेश्वर की आराधना करता रहा। तो जदों उहदी नजर सी प्रभु के सिंहासन ते कहंदा सी मैं इस तो भी बड़ा कहंदा सिंहासन बनावांगा, फिर मेरे उत्ते बैठ के इत्थे राज करांगा। परमेश्वर के विरुद्ध केड़ा प्लान बना सकदा प्रभु नूं जदों पता लग गया फिर की होया उत्थे जंग छिड़ पई। जेड़ा स्वर्ग दा सब तो मेन दूत आ उहदा नाम मिकाईल आ, जेड़ा लड़ाई दे विच सब तो मतलब कि सारियां दे ऊपर आ मिकाईल। कहंदे ओ ते ओहदे साथी जेड़े बाकी भी दूत सीगे मिकाईल दे अंडर वो और कहंदे अजगर ते ओहदे भी साथी ओ कहंदे लड़े जेड़े परमेश्वर दे दूत अजगर दे विरुद्ध लड़े। और फिर की होया इसकी उन्होंने कहंदा पर वो कहंदा जितना सके जेड़े शैतान दी जंग सी ना, जेड़े शैतानी अजगर दे जिन्ने भी साथी सी ते अजगर सी वो परमेश्वर दे सेवकां कोलों प्रभु दे स्वर्गदूतां कोलों जित नहीं सके। जेड़े भूत भाड़ हुंदे नाल मतलब नाल रले होई सी। इसलिए कहंदा उन्हां ਲਈ स्वर्ग दे विच कोई थां बाकी ना रही हार के हो फिर क्यों है। इसलिए कहंदे वो बड़ा अजगर अर्थात पुराना सप जो इब्लीस या शैतान के खोंदा है जो सारे संसार में गुराहे पाਉਂਦਾ प्रमोंडा अजगर इब्लीस और सांप। पुराना अजगर लाल अजगर भी कहंदे इस लाल अजगर पुराना सप अजगर शैतान लूसीफर इब्लीस तेरे पांच नाम आ और तेन पांच इन्हां नूं पांच नामां नाल जाणिया जांदा आ। लाल अजगर पुराना सप शैतान इब्लीस लूसीफर ਇਹਦੇ ਪੰਜ ਨਾਮ ਆ। ਵੈਸੇ ਕਹਿੰਦੇ ਕਿ ਇਹਨੂੰ ਕੀ ਕੀਤਾ ਇਹ ਸਾਰੇ ਸੰਸਾਰ ਨੂੰ ਕੀ ਕਰਦਾ ਗੁਨਾਹ ਕੇ ਪੁੰਦਾ ਹੈ। ਇਹਨੇ ਸੰਸਾਰ ਨੂੰ ਗੁਨਾਹ ਕੇ ਪਾਲਣਾ ਮਤਲਬ ਕਿ ਰਾਹ ਤੋਂ ਭਟਕਾ ਦੇਣਾ ਸਾਰੇ ਨੂੰ ਪਰਮਾਨ ਵਾਲਾ ਹੋਈ ਹੈ ਬਸ ਚਾਰੇ ਪਾਸੇ ਖੋਰ ਦਾ। ਪ੍ਰਭੂ ਨੇ ਕੀ ਕੀਤਾ ਕਹਿੰਦਾ ਆਪਣੇ ਸਵਰਗਦੂਤਾਂ ਸਮੇਤ ਹੇਠ ਧਰਤੀ ਤੇ ਸੁੱਟ ਦਿੱਤਾ ਜਿੰਨੇ ਵੀ ਉਹਨੇ ਉੱਥੇ ਆਪਣੇ ਸਾਥੀ ਬਣਾਏ ਸੀ ਨਾ ਆਪਣੀ ਸੈਨਾ ਦੇ ਸ਼ੈਤਾਨ ਨੇ। प्रभु ने उन्हां सारियां नूं चक के धरती ते सुट दित्ता। थल्ले शैतान हुण स्वर्ग दे विच है नहींगा, उत्थे ही सारे धरती ते दूत भी नाल ही थल्ले आए। शैतान दूत जेड़े शैतान दे सी मतलब खुद तां ने मतलब जे ओही दूत जिन्हां दे मन च खोट सीगी शैतान भी हैगी सीगी ਉਹਨੇ ਆਪਣੇ ਨਾਲ ਲਾ ਲੈ ਕੇ ਆਪਾਂ ਮਿਲ ਕੇ ਰਾਜ ਕਰਾਂਗੇ ਇੱਥੇ। ਪਰਮੇਸ਼ਰ ਦੇ ਕੋਲੋਂ ਕੋਈ ਪਲਾਨ ਨਹੀਂ ਕਰ ਸਕਦਾ ਪ੍ਰਭੂ ਦੇ ਵਿਰੁੱਧ। ਕਹਿੰਦੇ ਜੇ ਤੇ ਨਾਲ ਪਰਮੇਸ਼ਰ ਖੜਾ ਹੋ ਜਾਵੇ ਉਹਦੇ ਵਿਰੁੱਧ ਕੌਣ ਹੋ ਸਕਦਾ। ਸੋ ਪਰਮੇਸ਼ਰ ਨੇ ਕੀ ਕੀਤਾ ਇਕੱਠੇ ਕਰਕੇ ਸਾਰਿਆਂ ਨੂੰ ਧਰਤੀ ਤੇ ਸੁੱਟ ਦਿੱਤਾ। ਤਦ ਕਹਿੰਦੇ ਮੈਂ ਸਵਰਗ ਵਿੱਚੋਂ ਇੱਕ ਉੱਚੀ ਆਵਾਜ਼ ਇਹ ਕਹਿੰਦੀ ਹੋਈ ਸੁਣੀ ਹੁਣ ਸਾਡੇ ਪਰਮੇਸ਼ਰ ਦੇ ਮੁਕਤੀ ਬਲ ਅਤੇ ਰਾਜ
ਅਤੇ ਰਾਜ ਅਤੇ ਉਸ ਤੇ ਮਸੀਹ ਦਾ ਅਧਿਕਾਰ ਆ ਪਹੁੰਚਾ, ਕਿਉਂਕਿ ਸਾਡੇ ਭਰਾਵਾਂ ਤੇ ਪਰਮੇਸ਼ਰ ਦੇ ਸਾਹਮਣੇ ਰਾਤ ਦਿਨ ਦੋਸ਼ ਲਾਉਣ ਵਾਲਾ ਹੇਠਾਂ ਸੁੱਟ ਦਿੱਤਾ ਗਿਆ। ਹਾਲੇਲੂਇਆ। ਉੱਤੇ ਉਹਨਾਂ ਨੇ ਖੁਸ਼ੀ ਮਨਾਈ, ਕਿਉਂਕਿ ਕਹਿੰਦੇ ਜਿਹੜੇ ਸਵਰਗ ਦੇ ਉੱਤੇ ਪ੍ਰਭੂ ਕਹਿੰਦੇ ਜਿਹੜੇ ਸਾਡੇ ਭਰਾਵਾਂ ਦੇ ਉੱਤੇ ਦੋਸ਼ ਲਾਉਣ ਵਾਲਾ ਸ਼ੈਤਾਨ ਰਾਤ ਦਿਨ ਦੋਸ਼ ਲਾਉਂਦਾ ਸੀ, ਉਹ ਰਾਤ ਦਿਨ ਦੋਸ਼ ਲਾਉਂਦਾ ਸੀ। ਉੱਥੇ ਕੀ ਕੁਝ ਕਰਦਾ ਹੋਊਗਾ, ਇੱਕ ਦੂਸਰੇ ਦੀ ਲੜਾਈ ਕਰਾਉਂਦਾ ਹੋਣਾ, ਕਦੀ ਕਿਸੇ ਸਵਰਗ ਦੇ ਦੋਸ਼ ਲਾਉਂਦਾ ਹੋਣਾ, ਕਦੀ ਕਿਸੇ ਦੇ ਲਾਉਂਦਾ ਹੋਣਾ। ਘਰਾਂ ਦੇ ਵਿੱਚ ਵੀ ਇਹੋ ਜਿਹਾ ਹੁੰਦਾ ਨਾ, ਪੰਗੇ ਲੈਣ ਉੱਤੇ ਲੜਾਈ ਕਰੋਦੇ ਨੇ ਕਹਿੰਦੇ ਹੁਣ ਬਸ ਕਿਸੇ ਨੂੰ ਸ਼ਰਾਬ ਬਸ ਪਿਲਾਈ ਕਹਿੰਦੇ ਹੁਣ ਲੜਾਈ ਕਰਾਈ ਜਾਣੀ ਹੁਣ ਕਹਿੰਦੇ ਮਸੀਹ ਦਾ ਅਧਿਕਾਰ ਆ ਗਿਆ ਤੇ ਪਰਮੇਸ਼ਰ ਨੇ ਸ਼ੈਤਾਨਾਂ ਨੂੰ ਇਕੱਠੇ ਕਰਕੇ ਥੱਲੇ ਸੁੱਟ ਦਿੱਤਾ। ਉਹਨਾਂ ਨੇ ਮੇਮਣੇ ਦੇ ਲਹੂ ਅਤੇ ਉਸ ਦੁਆਰਾ ਜਿਸ ਦੀ ਉਹਨਾਂ ਗਵਾਹੀ ਦਿੱਤੀ ਹੈ ਜਿੱਤ ਪ੍ਰਾਪਤ ਕੀਤੀ ਹੈ, ਕਿਉਂਕਿ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਪਰਵਾਹ ਨਾ ਕੀਤੀ, ਸਗੋਂ ਮੌਤ ਆਪਣੇ ਲਈ ਕਬੂਲ ਕਰ ਲਈ। ਹਾਲੇਲੂਇਆ। ਕਹਿੰਦੇ ਉਹਨਾਂ ਨੇ ਮੇਮਣੇ ਦੇ ਲਹੂ ਤੇ ਉਹਨਾਂ ਦੁਆਰਾ ਜਿਸ ਦੀ ਉਹਨਾਂ ਗਵਾਹੀ ਦਿੱਤੀ ਹੈ ਜਿੱਤ ਪ੍ਰਾਪਤ ਕੀਤੀ। ਬਹੁਤ ਵੀ ਸਹੀ ਹੈ। ਪਰਮੇਸ਼ਰ ਨੇ ਇਹ ਕੀਤਾ, ਇੱਥੇ ਵੀ ਪ੍ਰਭੂ ਸ਼ੈਤਾਨ ਨੂੰ ਹਰਾ ਦਿੱਤਾ। ਇੱਥੇ ਵੀ ਪਰਮੇਸ਼ਰ ਨੇ ਪਾਪ ਨੂੰ ਸ਼ੈਤਾਨ ਨੂੰ ਆਪਣੇ ਲਹੂ ਦੇ ਨਾਲ ਹਰਾਇਆ। ਜਿਹੜਾ ਮੇਮਣੇ ਦਾ ਲਹੂ ਆ, ਪ੍ਰਭੂ ਮੇਮਣਾ ਸੀਗਾ, ਉਹਨੇ ਆਪਣਾ ਖੂਨ ਸਾਡੇ ਖਾਤਰ ਬਹਾਇਆ ਤੇ ਸ਼ੈਤਾਨ ਨੂੰ ਹਰਾ ਕੇ ਪ੍ਰਭੂ ਸਵਰਗ ਦੇ ਵਿੱਚ ਗਿਆ। ਪਰਮੇਸ਼ਰ ਜਿੱਤਿਆ। ਅੱਜ ਵੀ ਅਸੀਂ ਵੀ ਪ੍ਰਭੂ ਦੇ ਲਹੂ ਦੇ ਦੁਆਰਾ ਜਿੱਤ ਪਾਉਂਦੇ ਆ ਸ਼ੈਤਾਨ ਦੇ ਉੱਤੇ, ਆਪਣੀ ਬਿਮਾਰੀ ਦੇ ਉੱਤੇ, ਆਪਣੇ ਸ਼ਰਾਬਾਂ ਦੇ ਉੱਤੇ, ਆਪਣੀ ਜਿੰਨੀ ਵੀ ਦੁਰਬਲਤਾਈ ਹੁੰਦੀ ਉਹਦੇ ਉੱਤੇ ਜਿੱਤ ਪ੍ਰਾਪਤ ਕਰਦੇ ਜਦੋਂ ਅਸੀਂ ਉਹਨਾਂ ਤੋਂ ਉੱਪਰ ਉੱਠਦੇ ਆ। ਕਿਉਂਕਿ ਕਹਿੰਦਾ ਉਹਨਾਂ ਨੇ ਵੀ ਆਪਣੇ ਪ੍ਰਾਣਾਂ ਦੀ ਪਰਵਾਹ ਨਹੀਂ ਸੀ ਕੀਤੀ, ਸਗੋਂ ਆਪਣੇ ਦੀ ਮੌਤ ਨੂੰ ਕਬੂਲ ਕਰ ਲਿਆ ਸੀ। ਹੁਣ ਕਹਿੰਦਾ ਇਹ ਸਵਰਗ ਅਤੇ ਉਸ ਵਿੱਚ ਰਹਿਣ ਵਾਲਿਓ ਆਨੰਦ ਮਨਾਓ, ਪਰ ਇਹ ਧਰਤੀ ਅਤੇ ਸਮੁੰਦਰ ਤੁਹਾਡੇ ਲਈ ਅਫਸੋਸ। ਹਾਲੇਲੂਇਆ। ਸਵਰਗ ਦੇ ਵਿੱਚ ਤਾਂ ਕਹਿੰਦਾ ਆਨੰਦ ਮਨਾਓ, ਲੇਕਿਨ ਜਿਹੜੇ ਧਰਤੀ ਤੇ ਰਹਿਣ ਵਾਲੇ ਉਹਨਾਂ ਲਈ ਅਫਸੋਸ ਆ, ਕਿਉਂਕਿ ਸ਼ੈਤਾਨ ਉੱਤੇ ਦਾ ਨਹੀਂ ਆ ਤਾਂ ਥੱਲੇ ਸੁੱਟਿਆ ਗਿਆ, ਇੱਥੇ ਸੁੱਟਿਆ ਗਿਆ। ਜਿਹੜੇ ਸ਼ੈਤਾਨ ਨੂੰ ਮੰਨਦੇ ਉਹ ਬਚ ਕੇ ਰਹਿਣਾ। ਧਰਤੀ ਦੇ ਸਮੁੰਦਰ ਵਿੱਚ ਜਿਹੜੇ ਨਾ ਉਹ ਕਹਿੰਦੇ ਬਚ ਕੇ ਰੋਏ ਰੇ ਤੋਂ। ਹੁਣ ਕਹਿੰਦੇ ਧਰਤੀ ਵਾਲਿਆਂ ਲਈ ਅਫਸੋਸ ਆ, ਸਵਰਗ ਵਾਲਿਆਂ ਨੂੰ ਕਿਹਾ ਕਿ ਤੁਸੀਂ ਆਨੰਦ ਮਨਾਓ, ਪਰ ਇਹ ਧਰਤੀ ਤੇ ਸਮੁੰਦਰ ਤੁਹਾਡੇ ਲਈ ਅਫਸੋਸ ਆ। ਜਿੰਨੇ ਵੀ ਸਮੁੰਦਰ 'ਚ ਰਹਿੰਦੇ, ਜਿੰਨੇ ਵੀ ਧਰਤੀ ਤੇ ਰਹਿੰਦੇ, ਉਹਨਾਂ ਲਈ ਅਫਸੋਸ, ਕਿਉਂਕਿ ਕਹਿੰਦਾ ਪੁਲਿਸ ਵੱਡੇ ਕ੍ਰੋਧ ਨਾਲ ਤੁਹਾਡੇ ਕੋਲ ਹੇਠ ਆ ਗਿਆ ਹੈ। ਉਹ ਗੁੱਸੇ ਦੇ ਨਾਲ, ਜਦੋਂ ਪ੍ਰਭੂ ਨੇ ਉਹਨੂੰ ਥੱਲੇ ਸੁੱਟਿਆ ਸੀ, ਗੁੱਸੇ ਦੇ ਨਾਲ ਆਇਆ, ਉਹਨੇ ਧਰਤੀ ਨੂੰ ਗੁੱਸਾ ਏਦਾਂ ਕਰ ਦਿੱਤਾ, ਪਾ ਦਿੱਤਾ ਤੇ ਧਰਤੀ ਪੂਰੀ ਤਹਿਸ ਨਹਿਸ ਹੋ ਗਈ। ਜਦੋਂ ਦਾ ਫੂੰ ਫੂੰ ਪਾ ਦਿੱਤਾ। ਕਿਉਂਕਿ ਜਿੰਨੇ ਵੀ ਸਵਰਗ ਦੇ ਵਿੱਚ ਦੂਤ ਆ ਨਾ, ਫਰਿਸ਼ਤੇ, ਉਹਨਾਂ ਨੂੰ ਬਹੁਤ ਜ਼ਿਆਦਾ ਪਾਵਰ ਦਿੱਤੀ ਹੋਈ ਆ ਪਰਮੇਸ਼ਰ ਨੇ। ਤੇ ਜਿਹੜਾ ਉਸ ਟਾਈਮ ਦੇ ਵਿੱਚ ਜਿਹੜਾ ਇਹ ਇਬਲੀਸ ਆ ਨਾ, ਲੂਸੀਫਰ, ਇਹ ਪਰਮੇਸ਼ਰ ਦੇ ਨਾਲ ਰਹਿੰਦਾ ਸੀ ਸਿੰਘਾਸਨ ਦੇ ਕੋਲ ਹੀ। ਇਹਨੂੰ ਜ਼ਿਆਦਾ ਪਾਵਰ ਸੀ ਉਹਦੇ ਕੋਲ ਸਾਰੇ ਸਵਰਗ ਦੂਤਾਂ ਨੂੰ, ਤੇ ਉਹ ਪਾਵਰ ਪ੍ਰਭੂ ਨੇ ਲਈ ਨਹੀਂ ਆ, ਇੱਚੀ ਰੱਖੀ ਉਹਦੇ ਹੈ ਉਹਦੇ ਵਿੱਚ ਹੀ ਆ, ਤਾਂ ਹੀ ਤਾਂ ਇੱਥੇ ਕੰਮ ਕਰਦਾ ਫਿਰਦਾ। ਇਹ ਵੀ ਪ੍ਰਭੂ ਨੇ ਛੱਡਿਆ ਕਿ ਉਹ ਮਤਲਬ ਕਿ ਲੋਕਾਂ ਨੇ ਥੋੜੀਆਂ ਬਿਮਾਰੀਆਂ ਵੀ ਕਦੇ ਤੇ ਛੱਡਿਆ ਆ, ਜਾਣ ਕੇ ਨਹੀਂ ਉਹਦੇ ਕੋਲ ਪਾਵਰ ਲਈ ਵੀ ਲੋਕਾਂ ਨੂੰ ਸਤਾਵੇ ਤੇ ਮੇਰੇ ਵੱਲ ਆਉਣ ਲੋਕ ਹੁਣ ਜਾਂਦੇ ਆ। ਕਿਹਦੇ ਲੈਣਾ ਪਰਮੇਸ਼ਰ ਦੇ ਨਾਮ। ਸਹੀ ਗੱਲ ਆ, ਸਵਰਗਾ ਜਾ ਕੇ ਸ਼ੈਤਾਨ ਪਰਮੇਸ਼ਰ ਦੀ ਥੋੜਾ ਮਰਜ਼ੀ ਟਾਈਮ ਆ। ਬਾਕੀ ਰਹਿ ਗਿਆ। ਮੁਸੀਬਤ ਨਾ ਆਵੇ ਤਾਂ ਨਾ ਆਵੇ ਨਹੀਂ। ਸੱਚੀ ਗੱਲ ਜਾਣਾ ਹੀ ਨਹੀਂ ਆ। ਜੋ ਵੀ ਟੈਨਸ਼ਨ ਆਇਆ, ਪਰੇਸ਼ਾਨੀਆਂ ਆ, ਬਿਮਾਰੀਆਂ ਆ, ਇਹ ਪ੍ਰਭੂ ਵੱਲੋਂ ਲਈਆਂ, ਇਹ ਸ਼ੈਤਾਨ ਕਰਦਾ। ਇਹ ਪ੍ਰਭੂ ਵੱਲੋਂ ਨਹੀਂ ਸ਼ੈਤਾਨ ਕਰਦਾ, ਕਿਉਂਕਿ ਕਹਿੰਦਾ ਧਰਤੀ ਵਾਲਿਆਂ ਨੇ ਅਫਸੋਸ ਆ, ਕਿਉਂਕਿ ਜਿਹੜਾ ਇਬਲੀਸ ਆ ਗੁੱਸੇ ਦੇ ਨਾਲ ਥੱਲੇ ਸੁੱਟਿਆ ਗਿਆ, ਉਹ ਗੁੱਸਾ ਹੀ ਹੁੰਦਾ। ਸਾਨੂੰ ਤਾਂ ਕੋਈ ਟੈਨਸ਼ਨ ਨਹੀਂ, ਕਿਉਂਕਿ ਸਵਰਗ ਦੇ ਆ ਤੇ ਸਵਰਗ 'ਚ ਜਾਣਾ ਆਪਾਂ। ਉਹਨਾਂ ਮਨ ਕਰਕੇ ਤੋਂ ਜਿਹੜਾ ਸਾਨੂੰ ਨਾਲ ਜ਼ਿਆਦਾ ਹੀ ਚਿੜ ਹੁੰਦਾ ਲੈਂਦੇ ਆ। ਪਰਮੇਸ਼ਰ ਦਾ ਜਿਹੜਾ ਨਹੀਂ ਨਾਲ ਕਿਉਂਕਿ ਗੁੱਸਾ ਜਿਹੜਾ ਸ਼ੈਤਾਨ ਆ ਨਾ, ਉਹ ਸਭ ਤੋਂ ਵੱਡਾ ਉਹਦਾ ਅੰਗ ਗੁੱਸਾ ਆ। ਜਦੋਂ ਕਿਸੇ ਬੰਦੇ ਦੇ ਵਿੱਚ ਆਉਂਦਾ, ਉਹ ਬੰਦਾ ਨਾ ਤਾਂ ਪ੍ਰੇਮ ਕਰ ਸਕਦਾ, ਨਾ ਉਹ ਵਚਨ ਪੜ੍ਹ ਸਕਦਾ, ਨਾ ਉਹਨੇ ਸੰਗਤੀ ਕਰਨੀ, ਨਾ ਸੰਗਤ 'ਚ ਬਹਿਣਾ, ਉਹਨੂੰ ਗੁੱਸਾ ਹੀ ਆਣਾ, ਉਹਦੇ ਵਿੱਚ ਸ਼ਾਂਤੀ ਨਹੀਂ ਹੋਣੀ। ਮਤਲਬ ਮਿੰਟ ਦੇ ਵਿੱਚ ਉਹਨੇ ਏਦਾਂ ਤੋਪ ਵਾਂਗੂ ਉਹਨੇ ਬੜ ਜਾਣਾ ਕਿ ਉਹ ਸਾਰੇ ਪਾਸੇ ਜਿੱਥੇ ਜਿੱਥੇ ਜਾਊਗਾ ਉਹਨੇ ਭੰਬੜ ਉਤਰਨਾ। ਰਿਸ਼ਤਾਂ ਦਾ ਕੰਮ ਗੁੱਸਾ ਕਰਨਾ, ਗੁੱਸੇ ਨਾਲ ਥੱਲੇ ਜਿੱਥੇ ਵੀ ਜਾਂਦਾ ਉਹ ਨਾਸ਼ ਕਰਦਾ। ਕਹਿੰਦਾ ਉਹ ਜਾਣਦੇ ਹੋਏ ਕਿ ਉਸਦਾ ਸਮਾਂ ਥੋੜਾ ਹੀ ਬਾਕੀ ਹੈ। ਇਸ ਤੇ ਅਜਗਰ ਨੇ ਜਦੋਂ ਦੇਖਿਆ ਕਿ ਉਹ ਹੇਠਾਂ ਸੁੱਟ ਦਿੱਤਾ ਗਿਆ ਹੈ, ਤਾਂ ਉਹ ਉਸ ਔਰਤ ਦਾ ਪਿੱਛਾ ਕਰਨ ਲੱਗਾ ਜਿਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਪਰ ਉਸ ਔਰਤ ਨੂੰ ਵੱਡੇ ਉਕਾਬ ਦੇ ਦਿੱਤੇ, ਉਕਾਬ ਦੇ 2 ਖੰਭ ਦਿੱਤੇ ਗਏ, ਜਿਨ੍ਹਾਂ ਦੀ ਮਦਦ ਨਾਲ ਉਹ ਉੱਡ ਕੇ ਆਪਣੀ ਉਜਾੜ ਵਿਚਲੀ ਥਾਂ ਤੇ ਜਾ ਸਕਦੀ, ਜਿੱਥੇ ਉਹ 3.5 ਸਾਲਾਂ ਤੱਕ ਸਭ ਤੋਂ ਦੂਰ ਰਹੀ ਅਤੇ ਸਹੀ ਸਲਾਮਤ ਰਹਿ ਸਕਦੀ ਸੀ। ਹਾਲੇਲੂਇਆ। ਥੱਲੇ ਸੁੱਟ ਦਿੱਤੇ ਗਿਆ, ਉਹ ਗੁੱਸਾ ਜਿਹੜਿਆ ਉਹ ਔਰਤ ਦੇ ਪਿੱਛਾ ਕਰਨ ਲੱਗ ਪਿਆ ਜਿਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ।
ਮੈਂ ਨਿਕਲ ਜਾਵਾਂ ਕਹਿੰਦਾ ਮੈਨੂੰ ਖਤਮ ਕਰਾਂ। ਪ੍ਰਭੂ ਨੇ ਵੀ ਉਹਨੂੰ ਪਰਮੇਸ਼ਰ ਨੇ ਉਹਨੂੰ ਉਕਾਬ ਵਾਲੇ ਤੋਂ ਖੰਭ ਦੇ ਦਿੱਤੇ, ਉਹ ਉੱਡ ਕੇ ਉੱਥੇ ਚਲ ਗਈ ਜਿੱਥੇ ਪ੍ਰਭੂ ਨੇ ਉਹਦੇ ਲਈ ਥਾਂ ਤਿਆਰ ਕੀਤੀ। ਪਰ ਕਹਿੰਦਾ ਉਹ ਸੱਪ ਨੇ ਆਪਣੇ ਮੂੰਹ ਵਿੱਚੋਂ ਦਰਿਆ ਦੇ ਵਾਂਗ ਉਸ ਔਰਤ ਦੇ ਪਿੱਛੇ ਪਾਣੀ ਛੱਡਿਆ ਕਿ ਉਹ ਉਸ ਨਾਲ ਰੁੜ ਜਾਵੇ। ਪਰ ਔਰਤ ਦੀ ਮਦਦ ਧਰਤੀ ਨੇ ਕੀਤੀ ਤੇ ਧਰਤੀ ਨੇ ਆਪਣਾ ਮੂੰਹ ਖੋਲ ਕੇ ਉਸ ਦਰਿਆ ਨੂੰ ਪੀ ਲਿਆ ਜੋ ਅਜਗਰ ਨੇ ਆਪਣੇ ਮੂੰਹ 'ਚੋਂ ਛੱਡਿਆ ਸੀ। ਹਾਲੇਲੂਇਆ। ਉਹਨੇ ਫਿਰ ਪਾਣੀ ਛੱਡਿਆ ਇਹ ਰੁੜ ਜਵੇ, ਪਰ ਜਿਹੜੀ ਧਰਤੀ ਸੀ ਉਹਨੇ ਹੈਲਪ ਕੀਤੀ, ਉਹਨੇ ਸਾਰਾ ਪਾਣੀ, ਉਹਨੇ ਆਪਣਾ ਮੂੰਹ ਖੋਲ੍ਹਤਾ, ਪਾਣੀ ਸਾਰਾ ਉਹਦੇ ਅੰਦਰ ਚਲ ਗਿਆ, ਉਹ ਫਿਰ ਬਚ ਗਈ। ਕਹਿੰਦੇ ਇਸ ਤੋਂ ਅਜਗਰ ਔਰਤ ਨਾਲ ਹੋਰ ਵੀ ਕ੍ਰੋਧਿਤ ਹੋਇਆ, ਇਸ ਲਈ ਉਸ ਔਰਤ ਦੀ ਬਾਕੀ ਸੰਤਾਨ ਜਿਨ੍ਹਾਂ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕੀਤੀ ਸੀ, ਮਸੀਹ ਦੁਆਰਾ ਦਿੱਤੀ ਗਵਾਹੀ ਨੂੰ ਆਪਣੇ ਜੀਵਨਾਂ ਵਿੱਚ ਥਾਂ ਦਿੱਤੀ ਸੀ, ਨਾਲ ਲੜਨ ਲਈ ਗਿਆ। ਹਾਲੇਲੂਇਆ। ਉਹਨੂੰ ਛੱਡਿਆ ਅੱਗੇ ਕੀ ਹੋਇਆ? ਔਰਤ ਨੇ ਕਹਿੰਦਾ ਜਿਹੜੀ ਬਾਕੀ ਸੰਤਾਨ ਆ, ਹੁਣ ਜਿਹੜੀ ਅਸੀਂ ਆ ਨਾ, ਇਹ ਵੀ ਪ੍ਰਭੂ ਦੇ ਬੱਚੇ ਆ, ਬਾਕੀ ਵੰਸ਼ ਉਹਦੇ ਪਰਮੇਸ਼ਰ ਦੇ, ਜਿਨ੍ਹਾਂ ਨੇ ਕਹਿੰਦਾ ਪ੍ਰਭੂ ਦੇ ਹੁਕਮ ਦੀ ਪਾਲਣਾ ਕੀਤੀ ਸੀ, ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ, ਉਹਦੇ ਵਚਨਾਂ ਤੇ ਚੱਲਦੇ ਆ। ਹੁਣ ਕਹਿੰਦਾ ਜਿਨ੍ਹਾਂ ਨੇ ਕਹਿੰਦਾ ਆਪਣੇ ਜੀਵਨਾਂ ਵਿੱਚ ਪ੍ਰਭੂ ਨੂੰ ਥਾਂ ਦਿੱਤੀ ਨਾ, ਹੁਣ ਉਹਨਾਂ ਦਾ ਲੱਗਦਾ ਪਿਆਰ ਜਤਾਉਣ ਗੁੱਸੇ ਨਾਲ। ਕਹਿੰਦਾ ਉਹ ਜਾ ਕੇ ਸਮੁੰਦਰ ਦੇ ਕੰਢੇ ਪਈ ਰੇਤ ਉੱਤੇ ਖੜਾ ਹੋ ਗਿਆ, ਫਿਰ ਉਹ ਸਮੁੰਦਰ ਦੇ ਕੰਢੇ ਰੇਤ ਪਈ ਉੱਥੇ ਖੜਾ ਵੀ ਲੜਨ ਦੇ ਲਈ। ਹੁਣ ਮਤਲਬ ਜਿੰਨੀ ਵੀ ਜੰਗ ਨਾ ਸਾਡੀ ਆ, ਸਵਰਗ ਤੋਂ ਥੱਲੇ ਆ ਗਿਆ ਆ। ਹੁਣ ਪ੍ਰਭੂ ਨੇ ਉਦੋਂ ਤੱਕ ਜਦੋਂ ਤੱਕ ਪਰਮੇਸ਼ਰ ਆ ਨਹੀਂ ਜਾਂਦਾ, ਸ਼ੈਤਾਨ ਦੀ ਜੰਗ ਸਾਡੇ ਨਾਲ ਲੜਨੀ ਆ। ਹੁਣ ਅਸੀਂ ਤਿਆਰ ਹੋਣਾ ਕਿ ਅਸੀਂ ਉਹਨੂੰ ਹਰਾਈਏ। ਉਹ ਖੜਾ ਹੀ ਰਹਿੰਦਾ ਬਸ ਉੱਥੇ। ਸੱਚੀ ਵਿੱਚ ਇਹ ਗੱਲਾਂ ਕਰਦਾ ਇੱਕ ਦਿਨ ਨਾ ਮੈਨੂੰ ਆਇਆ ਸੁਪਨਾ ਆਉਂਦਿਆ ਤੇ ਅਸੀਂ ਤਿੰਨੇ ਜਾਣੇ ਗਈਆਂ ਤੇ ਪ੍ਰਿੰਸ ਨੂੰ ਘਰੇ ਕੀ ਗਿਆ ਵੀ ਉੱਥੇ 2 ਮਿੰਟ ਟੇਕ, ਮੈਂ ਤੇ ਡਿੰਪਲ ਗਈਆਂ ਕਿਤੇ ਤੁਰੀਆਂ ਜਾਂਦੀਆਂ ਤੇ ਗਾੜੀ ਆ ਗਈ ਮੋਟਰ, ਉੱਥੇ ਭਾਈ ਫੜ ਕੇ ਤੇ ਉੱਥੇ ਰੱਖ ਲਿਆ ਉਹਨਾਂ ਨੂੰ ਸਾਰਿਆਂ ਨੂੰ। ਤਾਂ ਮੈਂ ਸੱਚੀ ਗੱਲ ਦੱਸਦੀ ਤੇ ਫੜ ਕੇ ਰੱਖਦਾ ਤੇ ਆ ਗਈ ਮੇਰੀ ਤੇ ਡਿੰਪਲ ਦੀ ਵਾਰੀ ਪਹਿਲੋਂ ਇਹਨੂੰ ਹੀ ਆ ਗਈ ਤੇ ਡਿੰਪਲ ਦੇ ਹੱਥ 'ਚ ਡੰਡਾ ਏਦਾਂ ਕਰਕੇ ਦਿੰਦੇ ਆ, ਕਹਿੰਦਾ ਦੇਖਦੇ ਡੰਡੇ ਤੁਹਾਡੇ ਤੇ ਬਣਾਉਣਾ ਚਾਹੀਦਾ, ਤੁਹਾਡੇ ਸਿਰ 'ਚ ਕੋਈ ਮਾਰਨਾ, ਤੁਹਾਡੇ ਸਿਰ ਤੇ ਇਹੋ ਹੀ ਬਣਾਉਣਾ, ਕਹਿੰਦਾ ਮਾਰਨਾ। ਤੇ ਡਿੰਪਲ ਮੇਰੀ ਵਾਲ ਏਦਾਂ ਕਰਕੇ ਦੇਖਦੀ, ਮੈਂ ਕਰਦੇ ਆਪਣਾ ਕੰਮ ਸ਼ੁਰੂ ਨੂੰ ਪਤਾ ਲੱਗ ਗਿਆ, ਇਹਨੇ ਡੰਡੇ ਨੂੰ ਬੰਨ ਦਿੱਤਾ, ਡੰਡਾ ਤਾਂ ਨਹੀਂ ਚੱਲਿਆ। ਕਹਿੰਦਾ ਚਲੋ ਹੁਣ ਕਹਿੰਦਾ ਸਵੇਰ ਨੂੰ ਦੇਖਦੇ ਆ, ਕਹਿੰਦਾ ਵੀ ਹੁਣ ਤਾਂ ਝਾੜੇਰਾ ਹੋ ਗਿਆ ਸਵੇਰ ਉਹ ਕਹਿੰਦਾ ਮੰਮੀ ਨੇ ਸੇਰੀ ਦੇ ਉੱਤੇ ਡੰਡਾ ਰੱਖ ਕੇ ਉਹਨੂੰ ਪੂਰਾ ਜ਼ੋਰ ਨਾਲ ਫੇਆ, ਪੂਰਾ ਭਾਰ ਪਾਇਆ ਉਹ ਛੜੀ ਹੋਇਆ ਸੀ ਪਿੱਛੇ ਮਿੱਟੀ ਇਹਦੇ ਥੱਲੇ ਕੋਲਾ ਨਹੀਂ ਮਿੱਟੀ ਸਖਤ ਸੀ ਉਹਦਾ, ਪਰ ਨਹੀਂ ਫੇਰ ਫਿਰ ਵਿੱਚ ਵੜ ਜੇ ਕਰੇ ਅੰਦਰ। ਫਿਰ ਮੈਂ ਕਿਹਾ ਪਰਮੇਸ਼ਰ ਇਹ ਤੇ ਸ਼ੈਤਾਨ ਨੇ ਉਹ ਫਿਰ ਉੱਧਰ ਜਾ ਵੜੇ ਉੱਧਰ ਉਧਰ ਨਹੀਂ ਉਹਦੇ ਵਿੱਚ ਹੀ ਸੀ ਜੇ ਮਾਰ ਦਿੱਤਾ ਨਾ ਫਿਰ ਮੈਨੂੰ ਨਾ ਗੁੱਸਾ ਆਇਆ। ਦੋ ਉੱਧਰ ਉਹਨਾਂ ਨੇ ਪੁੱਛਿਆ ਜਦ ਚੇਤਾ ਹੈ ਨਾ ਸਵੇਰ ਨੂੰ ਮਿਲੂਗੇ, ਕਹਿੰਦਾ ਮੈਂ ਕਿਹਾ ਕੋਈ ਨਾ ਤੇਰਾ ਮੈਨੂੰ ਵੀ ਰੱਬ ਨੇ ਅਕਲ ਦਿੱਤੀ ਹੈ, ਮੈਂ ਤੇ ਮੈਂ ਰੋਡ ਦੇ ਵਿੱਚੇ ਡੰਡੇ ਮਾਰੇ, ਮੈਂ ਕਿਹਾ ਚੱਲ ਤੂੰ ਵਿੱਚੇ ਪਿਆਂਗੇ ਤੈਨੂੰ ਵੱਟੇ ਠੋਕ ਦਿੱਤੇ। ਮੈਂ ਤਾਂ ਫਿਰ ਉੱਥੇ ਇੱਕ ਨੂੰ ਸ਼ੈਤਾਨ ਮਾਰਿਆ ਇਦਾਂ ਨਾ, ਦੀ ਸੱਚੀ ਗੱਲਾਂ ਸੀਰੀ ਕਰਦਾ, ਤੋਂ ਇੱਥੇ ਲੱਗੀ, ਜਦੋਂ ਕਹਿੰਦਾ ਜੀ ਸਵੇਰ ਨੂੰ ਮਿਲੂਗੇ ਇੱਥੇ ਹੀ ਲੱਗੀ ਇਹਦੇ ਦੋ ਟੁੱਟੇ ਹੋ ਗਏ ਜੋ ਉਹਨੂੰ ਮਾਰਿਆ ਨਾ ਖਤ ਨਹੀਂ ਇਦਾਂ। ਜਿੱਦਾਂ ਸਾਡੇ ਘਰ 'ਚ ਕੋਈ ਪ੍ਰੋਬਲਮ ਹੋਣੀ ਮੈਨੂੰ ਪਹਿਲਾਂ ਸੁਪਨਾ ਆ ਜਾਂਦਾ। ਇਹਦੇ ਵਚਨ ਆਇਆ, ਇਹ ਪ੍ਰਭੂ ਨੇ ਦਿੱਤਾ ਹੈ ਕਿ ਪ੍ਰਕਾਸ਼ ਦੀ ਪੋਥੀ ਪੜ੍ਹਨੀ ਆ 12 ਚੈਪਟਰ, ਕਿ ਵਚਨ ਸਾਡੇ ਵਾਸਤੇ ਆਇਆ ਕਿ ਤੁਸੀਂ ਸ਼ੈਤਾਨ ਦੇ ਨਾਲ ਲੜਨ ਦੀ ਤਿਆਰ ਹੋਵੋ, ਮੁਕਾਬਲਾ ਕਰੋ, ਉਹਦੇ ਨਾਲ ਮੁਕਾਬਲਾ। ਕਿਉਂਕਿ ਹੁਣ ਸਾਡੀ ਜੰਗ ਆ, ਪਰਮੇਸ਼ਰ ਦੇ ਕਲਾਮ 'ਚ ਲਿਖਿਆ ਸਾਡੀ ਜੰਗ ਕਹਿੰਦਾ ਅਣਦੇਖੀਆਂ ਤਾਕਤਾਂ ਨਾਲ ਆ, ਜਿਹੜੀਆਂ ਦਿਖਾਈ ਨਹੀਂ ਦਿੰਦੀਆਂ, ਅਸੀਂ ਮਹਿਸੂਸ ਕਰ ਸਕਦੇ ਆ। ਜਦੋਂ ਸਾਡਾ ਸਰੀਰ ਜਕੜ ਜਾਂਦਾ, ਅਸੀਂ ਹਿੱਲ ਨਹੀਂ ਸਕਦੇ, ਸਾਨੂੰ ਪਤਾ ਲੱਗਦਾ ਕਿ ਕੋਈ ਸ਼ੈਤਾਨ ਦਾ ਕੰਮ ਹੈਗਾ ਆ। ਸ਼ੈਤਾਨ ਆਇਆ ਤੁਹਾਡੇ ਇੱਕ ਘਰ। ਮਿੰਟ ਉਦੋਂ ਸਾਨੂੰ ਮਹਿਸੂਸ ਹੁੰਦਾ ਕਿ ਕੁਝ ਹੈਗਾ ਆ। ਜਦੋਂ ਅਸੀਂ ਬਿਮਾਰ ਹੁੰਦੇ ਆ, ਫਿਰ ਮੈਡੀਸਿਨ ਨਾਲ ਠੀਕ ਨਹੀਂ ਹੁੰਦੇ, ਸਾਨੂੰ ਪਤਾ ਹੁੰਦਾ ਕਿ